ਲਾ ਨਾਵਾ ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤਹ ਤਹ ਆਪ ਬੰਧਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਬਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਆਪ ਸਰਬੱਤ ਸੰਗਤਾਂ ਆਪਣੇ ਪਵਿੱਤਰ ਸਵਾਸਾਂ ਨੂੰ ਹਜੂਰ ਦੇ ਲੇਖੇ ਵਿੱਚ ਲਾ ਰਹੇ ਹੋ। ਆਓ ਸਾਧ ਸੰਗਤ ਜੀ, ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮਹਾਰਾਜ ਜੀਆਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਹਜੂਰ ਨੇ ਕਿਰਪਾ ਕਰਕੇ ਆਰੰਭ ਕਰਵਾਈ ਹੈ। ਜਿਸ ਤਰ੍ਹਾਂ ਆਪ ਜੀਆਂ ਨੇ ਕੱਲ ਤਿਕਰ ਸ਼ਰਵਣ ਕੀਤਾ ਸੀ ਪ੍ਰਸੰਗ ਕਿ ਹਜੂਰ ਜਿਸ ਤਰ੍ਹਾਂ ਚਾਚਾ ਫੱਗੂ ਜੀਆਂ ਦੇ ਘਰ ਨੂੰ ਭਾਗ ਲਾਉਂਦੇ ਹਨ, ਹਜੂਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਗੁਰਸਿੱਖ ਦੀ ਹਿਰਦੇ ਦੀ ਭਾਵਨਾ ਸੀ, ਜਿਸ ਤਰ੍ਹਾਂ ਗੁਰਸਿੱਖ ਨੇ ਘਰ ਦਾ ਦਰਵਾਜ਼ਾ ਘਰ ਦੇ ਹਿਸਾਬ ਨਾਲ ਵੱਡਾ ਰਖਾਇਆ ਸੀ। ਜਿਸ ਸਮੇਂ ਸੰਗਤਾਂ ਨੇ ਪੁੱਛਿਆ ਕਿ ਆਪ ਜੀਆਂ ਨੇ ਐਡਾ ਵੱਡਾ ਦਰਵਾਜ਼ਾ ਕਿਉਂ ਰਖਾਇਆ ਹੈ, ਗੁਰਸਿੱਖ ਦੀ ਭਾਵਨਾ ਸੀ ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮਹਾਰਾਜ ਜੀ ਸਾਨੂੰ ਘਰ ਵਿੱਚ ਆ ਕੇ ਦਰਸ਼ਨ ਦੇਣਗੇ। ਅਸੀਂ ਚਾਹੁੰਦੇ ਹਾਂ ਸਮੇਤ ਘੋੜੇ ਦੇ, ਸਮੇਤ ਸ਼ਸਤਰਾਂ ਦੇ ਹਜੂਰ ਸਿੱਧਾ ਘਰ ਦੇ ਵਿੱਚ ਆਉਣ ਤੇ ਸਿੱਧਾ ਆ ਕੇ ਤਖਤ ਸਾਹਿਬਾਨ ਤੇ ਹੀ ਉਤਰਨ। ਹਜੂਰ ਨੂੰ ਕਿਤੇ ਰਸਤੇ ਵਿੱਚ ਇੱਕ ਕਦਮ ਨਾ ਚੱਲਣਾ ਪਵੇ। ਇਹ ਸਾਧ ਸੰਗਤ ਜੀ, ਗੁਰਸਿੱਖਾਂ ਦੇ ਆਪਣੇ ਆਪਣੇ ਮਨ ਦੀ ਭਾਵਨਾ ਹੁੰਦੀ ਹੈ ਤੇ ਮਨ ਦੀ ਭਾਵਨਾ ਪ੍ਰੇਮ ਜਾਣ ਕੇ ਹਜੂਰ ਅਵਸ਼ ਬਰ ਅਵਸ਼ ਗੁਰਸਿੱਖਾਂ ਦੀ ਭਾਵਨਾ ਪੂਰੀ ਕਰਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ, ਪੂਰਬ ਦੀ ਅੱਗੇ ਹੋਰ ਦਿਸ਼ਾ ਨੂੰ, ਜਿਸ ਤਰ੍ਹਾਂ ਸਾਧ ਸੰਗਤ ਜੀ ਹੁਣ ਕਾਂਛੀ ਤੋਂ ਕੱਲ ਸਸਰਾਮ ਨਗਰ ਤਿਕਰ ਆਪ ਜੀਆਂ ਨੇ ਸ਼ਰਵਣ ਕੀਤਾ ਸੀ, ਇਸ ਦੇ ਵਿੱਚ ਹੋਰ ਨਗਰਾਂ ਨੂੰ ਤਾਰਦੇ ਹੋਏ ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਹਨ। ਇੱਥੇ ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਜੇਠ ਮੱਲ ਸੀ ਜੋ, ਉਸ ਦੇ ਵੀ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਗੁਰਸਿੱਖਾਂ ਦੇ ਭਾਵਨਾ ਸੀ। ਜਿਸ ਤਰ੍ਹਾਂ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦੇ ਹਨ ਕਿ ਇਹ ਹਲਵਾਈ ਸਨ, ਤਾਂ ਮਨ ਦੀ ਭਾਵਨਾ ਸੀ ਹਜੂਰ ਸਾਡੇ ਹੱਥੋਂ ਸਕਣ, ਮਮ ਕਰ ਕੈ ਕੀਨਸ ਪਕਵਾਨ, ਬੈਠ ਸਦਨ ਮਹਿ ਕਰ ਹੈ ਖਾਣ। ਗੁਰਸਿੱਖ ਦੀ ਭਾਵਨਾ ਸੀ ਕਿ ਮੇਰੇ ਹੱਥ ਦੇ ਬਣੇ ਹੋਏ ਪਕਵਾਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੇ ਸਾਡੇ ਘਰ ਵਿੱਚ ਆ ਕੇ ਬੈਠ ਕੇ ਖਾਣ। ਰਹਿਤ ਪ੍ਰਤੀਖਤ ਸੁਨ ਗੁਣ ਗੁਰ ਕੇ, ਨਿਸਬਾਸੁਰ ਅਨਸਾਰੀ ਉਰ ਕੇ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਰਾਤ ਦਿਨ ਗੁਰਸਿੱਖ ਦੇ ਹਿਰਦੇ ਵਿੱਚ ਤਾਂਘ ਹੈ ਕਿ ਜਿਸ ਤਰ੍ਹਾਂ ਗੁਰੂ ਦੇ ਗੁਣ ਸੁਣਦਾ ਹੈ ਆਸ-ਪਾਸ ਦੇ ਗੁਰਸਿੱਖਾਂ ਤੋਂ ਕਿ ਇਹ ਉਹੀ ਗੁਰੂ ਸਾਹਿਬ ਹਨ ਜਿਹੜੇ ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਇਸ ਨਗਰ ਵਿੱਚ ਆ ਕੇ ਗੁਰਸਿੱਖੀ ਵਸਾਈ ਸੀ, ਤਾਂ ਜਿਸ ਤਰ੍ਹਾਂ ਗੁਰਸਿੱਖਾਂ ਨੇ ਗੁਣ ਸੁਣੇ ਤਾਂ ਹੋਰ ਇਹਨਾਂ ਦੇ ਮਨ ਦੇ ਵਿੱਚ ਭਾਵਨਾ ਪ੍ਰਗਟ ਹੁੰਦੀ ਹੈ ਕਿ ਮਹਾਰਾਜ ਜੀ ਕਦੋਂ ਸਾਨੂੰ ਆ ਕੇ ਦਰਸ਼ਨ ਦੇਣਗੇ। ਤਿਸ ਕੇ ਮਨ ਕੀ ਗਤ ਕੋ ਜਾਣ। ਤਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਜੇਤਮਲ ਸੇਠ ਜੀਆਂ ਦੇ ਮਨ ਦੀ ਭਾਵਨਾ ਜਾਣ ਕੇ ਪਹੁੰਚੇ ਸ੍ਰੀ ਸਤਿਗੁਰ ਭਗਵਾਨ। ਸ੍ਰੀ ਸਤਿਗੁਰ ਭਗਵਾਨ ਆਪ ਨਾਰਾਇਣ ਕਲਾ ਧਾਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ ਗੁਰਸਿੱਖ ਦੀ ਭਾਵਨਾ ਪ੍ਰਧਾਨ ਹੈ ਇਸ ਕਲਯੁਗ ਦੇ ਵਿੱਚ। ਜੇ ਕੋਈ ਗੁਰਸਿੱਖ ਭਾਵਨਾ ਕਰਦਾ ਹੈ ਹਜੂਰ ਮੈਨੂੰ ਇਸ ਰੂਪ ਵਿੱਚ ਦਰਸ਼ਨ ਦੇਣ, ਤਾਂ ਹਜੂਰ ਸਾਧ ਸੰਗਤ ਜੀ ਉਸੇ ਰੂਪ ਵਿੱਚ ਹੀ ਦਰਸ਼ਨ ਦੇ ਦਿੰਦੇ ਹਨ। ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਗਟ ਹੋ ਗਏ ਇਸ ਦੇ ਘਰ ਵਿੱਚ ਆ ਕੇ, ਅਚਹਿ ਪ੍ਰੇਮ ਡੋਰ ਤੇ ਜਹ ਜਹ
ਕਰ ਤੂਰਨਤਾ ਪਹੁੰਚੇ ਤਹਿ ਤਹਿ। ਜਿਸ ਤਰ੍ਹਾਂ ਪ੍ਰੇਮ ਦੀ ਡੋਰੀ ਨਾਲ ਜਿਹੜਾ ਗੁਰਸਿੱਖ ਹੈ, ਜਿੱਧਰ ਜਿੱਧਰ ਨੂੰ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਿੰਨੀ ਤੇਜ਼ ਪ੍ਰਬਲਤਾ ਨਾਲ ਜਿੱਥੋਂ ਡੋਰ ਦੀ ਗੁਰੂ ਸਾਹਿਬ ਨੂੰ ਤਾਂਘ ਵੀ ਇੱਧਰੋਂ ਪੈਂਦੀ ਹੈ, ਓਨੀ ਹੀ ਛੇਤੀ ਗੁਰੂ ਸਾਹਿਬ ਉਹਨਾਂ ਨੂੰ ਦਰਸ਼ਨ ਦੇ ਦੇ ਕੇ ਨਿਹਾਲ ਕਰਦੇ ਹਨ। ਇਸ ਪ੍ਰਕਾਰ ਦੇ ਬੜੇ ਗੁਰਸਿੱਖ ਹਨ ਜਿਨ੍ਹਾਂ ਨੂੰ ਹਜੂਰ ਨੇ ਦਰਸ਼ਨ ਦਿੱਤੇ ਹਨ। ਨਗਰ ਪ੍ਰਵੇਸ਼ ਭਏ ਗੁਰ ਪੂਰੇ, ਕਰਤ ਬਿਲੋਕਨ ਵਿਪਨੀ ਰੂਰੇ। ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਪਟਨਾ ਸਾਹਿਬ ਜੀਆਂ ਦੀ ਧਰਤੀ ਵਿੱਚ ਮਹਾਰਾਜ ਜੀ ਪ੍ਰਵੇਸ਼ ਕਰਦੇ ਹਨ, ਹਜੂਰ ਉਥੋਂ ਦੀਆਂ ਸੁੰਦਰ ਦੁਕਾਨਾਂ ਤੱਕਦੇ ਹਨ। ਮੰਦਰ ਸੁੰਦਰ ਅੰਦਰ ਬਾਹਰ, ਭਾਵ ਜਿਹੜੇ ਪਟਨਾ ਸਾਹਿਬ ਦੇ ਲੋਕ ਸਨ ਸਾਧ ਸੰਗਤ ਜੀ, ਉਸ ਸਮੇਂ ਵੀ ਬਹੁਤ ਅਮੀਰ ਸਨ, ਜਿਨ੍ਹਾਂ ਦੇ ਬੜੇ ਉੱਚੇ ਉੱਚੇ ਸੋਹਣੇ ਮੰਦਰ ਸਨ, ਕਿਉਂਕਿ ਸਾਧ ਸੰਗਤ ਜੀ ਉਸ ਧਰਤੀ ਤੇ ਆਉਣ ਵਾਲੇ ਸਮੇਂ ਵਿੱਚ ਬਾਜਾਂ ਵਾਲੇ ਪਿਤਾ ਜੀਆਂ ਦਾ ਅਵਤਾਰ ਹੋਣਾ ਹੈ। ਮੰਦਰ ਸੁੰਦਰ ਅੰਦਰ ਬਾਹਰ, ਧਨੀ ਲੋਕ ਬਹੁ ਬਸ ਹੈ ਜਾਹਰ। ਬਾਹਰੋਂ ਹੀ ਦੇਖ ਕੇ ਪਤਾ ਲੱਗਦਾ ਸੀ ਕਿ ਇਸ ਪਟਨਾ ਸਾਹਿਬ ਦੇ ਨਗਰ ਦੇ ਵਿੱਚ ਸਾਧ ਸੰਗਤ ਜੀ ਨਗਰ ਦਾ ਨਾਮ ਪਟਨਾ ਹੈ। ਇਹ ਹਜੂਰ ਨੇ ਉੱਥੇ ਪ੍ਰਕਾਸ਼ ਭਾਵ ਹਜੂਰ ਨੇ ਉੱਥੇ ਅਵਤਾਰ ਧਾਰਿਆ ਹੈ, ਜਿਸ ਕਰਕੇ ਨਗਰ ਦੇ ਨਾਂ ਨਾਲ ਵੀ ਗੁਰਸਿੱਖ ਸੰਗਤਾਂ ਪਟਨਾ ਸਾਹਿਬ ਕਹਿ ਕੇ ਬੁਲਾਉਂਦੀਆਂ ਹਨ। ਜਿਸ ਸਮੇਂ ਮਹਾਰਾਜ ਜੀਆਂ ਨੇ ਦੇਖਿਆ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ, ਕਿ ਬੜੇ ਸੁੰਦਰ ਮੰਦਰ ਹਨ ਪਟਨਾ ਸਾਹਿਬ ਦੇ, ਲੋਕ ਇਥੋਂ ਦੇ ਬਹੁਤ ਅਮੀਰ ਹਨ। ਰਚਨਾ ਅਨੇਕ ਪ੍ਰਕਾਰਨ ਕੇਰੀ, ਚਲੈ ਜਾਹੇ ਸਤਿਗੁਰ ਸਭ ਹੇਰੀ। ਮਹਾਰਾਜ ਜੀ ਤਰ੍ਹਾਂ ਤਰ੍ਹਾਂ ਦੀ ਰਚਨਾ ਦੇਖਦੇ ਹਨ ਪਟਨਾ ਸਾਹਿਬ ਦੇ ਲੋਕਾਂ ਦੇ ਘਰਾਂ ਦੀ, ਪਰ ਹਜੂਰ ਪ੍ਰੇਮ ਦੇ ਵਸੀਕਾਰ ਚੱਲੀ ਜਾ ਰਹੇ ਹਨ। ਗੁਰਸਿੱਖ ਸੰਗਤਾਂ ਪਿੱਛੇ ਤੁਰੀਆਂ ਆ ਰਹੀਆਂ ਹਨ, ਕਿਸੇ ਨੂੰ ਕੋਈ ਪਤਾ ਨਹੀਂ ਹਜੂਰ ਕਿੱਧਰ ਜਾ ਰਹੇ ਹਨ। ਪਰ ਸਾਧ ਸੰਗਤ ਜੀ ਆਲਮ ਗੰਜ ਵਿਖੈ ਪੁਨ ਗਏ, ਸਦਨ ਸੇਠ ਕੇ ਪ੍ਰਾਪਤ ਭਏ। ਮਹਾਰਾਜ ਜੀਆਂ ਨੂੰ ਸੇਠ ਨੇ ਸਾਧ ਸੰਗਤ ਜੀ ਕੋਈ ਚਿੱਠੀ ਨਹੀਂ ਸੀ ਪਾਈ ਕਿ ਇਸ ਰਸਤੇ ਰਾਹੀਂ ਹਜੂਰ ਸਾਡਾ ਘਰ ਹੈ। ਸੇਠ ਦਾ ਘਰ ਦੇਖ ਕੇ ਹਜੂਰ ਆਪ ਹੀ ਉਸ ਜੇਠਮਲ ਸੇਠ ਦੇ ਘਰੇ ਚਲੇ ਜਾਂਦੇ ਹਨ। ਜਿਸ ਤਰ੍ਹਾਂ ਅੱਗੇ ਆਉਂਦਾ ਹੈ, ਨਿਜ ਜਨ ਕੀ ਪੂਰਨ ਕੋ ਆਸਾ, ਲੋਕ ਪਰਲੋਕ ਦੇਨ ਪ੍ਰਵਾਸਾ। ਅਤੇ ਆਉਂਦਾ ਹੈ, ਉਤਰੇ ਜਾਏ ਜਬ ਹੈ ਘਰ ਮਾਹੀ, ਸੁਧ ਸੁਣ ਜੇਤਾ ਸੇਠ ਤਦਾਹੀ। ਜਿਸ ਸਮੇਂ ਸਾਧ ਸੰਗਤ ਜੀ ਲੋਕ ਪਰਲੋਕ ਦੇ ਵਿੱਚ ਸਹਾਈ ਹੋਣ ਵਾਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਜੇਠਮਲ ਸੇਠ ਦੇ ਘਰ ਉਤਰਦੇ ਹਨ। ਜਿਸ ਸਮੇਂ ਜੇਠਮਲ ਸੇਠ ਨੂੰ ਪਤਾ ਲੱਗਦਾ ਹੈ, ਜਿਨ੍ਹਾਂ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਯਾਦ ਕਰਦਾ ਹਾਂ, ਦਰਸ਼ਨਾਂ ਦੀ ਤਾਂਘ ਹੈ, ਆਪ ਹਜੂਰ ਸਾਡੇ ਗਰੀਬਾਂ ਦੇ ਘਰ ਵਿੱਚ ਆ ਗਏ ਹਨ। ਐਸੀ ਮਨ ਦੀ ਹਾਲਤ ਹੋਈ, ਲਿਖਦੇ ਹਨ, ਪ੍ਰੇਮ ਮਗਨ ਤੇ ਦੌਰਿਓ ਆਏ। ਜਿੱਥੇ ਵੀ ਕੋਈ ਕਾਰਜ ਕਰ ਰਿਹਾ ਸੀ, ਜੇਠਮਲ ਸੇਠ ਵਿੱਚੇ ਛੱਡ ਕੇ ਦੌੜਿਆ ਆਉਂਦਾ ਹੈ ਮਹਾਰਾਜ ਜੀਆਂ ਦੇ ਦਰਸ਼ਨਾਂ ਵਾਸਤੇ। ਪਿੱਖ ਗੁਰ ਪਗ ਪੰਕਜ ਲਪਟਾਏ। ਆਉਂਦਿਆਂ ਸਾਧ ਸੰਗਤ ਜੀ ਹਜੂਰ ਦੇ ਚਰਨਾਂ ਨਾਲ ਲਿਪਟ ਗਿਆ, ਛੱਡਣ ਨੂੰ ਜੀ ਨਹੀਂ ਕਰਦਾ। ਛਾਤੀ ਵਿੱਚ ਠੰਡ ਪੈ ਗਈ ਹੈ, ਮਾਨੋ ਕਿ ਜ਼ਿੰਦਗੀ ਦੇ ਵਿੱਚ ਆਉਣਾ ਹੀ ਮਨੁੱਖਾ ਜਨਮ ਸਫਲ ਹੋ ਗਿਆ ਹੋਵੇ। ਤਾਂ ਜਿਸ ਤਰ੍ਹਾਂ ਆਉਂਦਾ ਹੈ, ਸਾਦਰ ਮੰਚ ਡਸਾਵਣ ਕਰੇ, ਪ੍ਰਭ ਬਿਠਾਏ ਮੋਦ ਔਰ ਧਰੇ। ਦਿਲ ਵਿੱਚ ਭਾਰੀ ਪ੍ਰਸੰਨਤਾ ਦੇ ਨਾਲ ਹਜੂਰ ਲਈ ਬੜਾ ਸੋਹਣਾ ਆਸਨ ਸਜਾਇਆ ਜੇਠਮਲ ਸੇਠ ਨੇ। ਤਾਂ ਸਾਧ ਸੰਗਤ ਜੀ ਨਿਜ ਕਰਤੇ ਕਰ ਕਹਿ ਪਕਵਾਨ, ਕਿ ਹਿਰਦੇ ਦੇ ਵਿੱਚ ਜੋ ਇੱਛਾ ਸੀ ਮੈਂ ਆਪਣੇ ਹੱਥਾਂ ਦੇ ਨਾਲ ਹਜੂਰ ਨੂੰ ਆਪਣਾ ਪ੍ਰਸ਼ਾਦਾ ਤਿਆਰ ਕਰਕੇ ਛਕਾਵਾਂ। ਤਾਂ ਅੱਜ ਸਾਧ ਸੰਗਤ ਜੀ ਉਹ ਸੋਹਣੀ ਘੜੀ ਆਈ, ਆਪਣੇ ਹੱਥਾਂ ਨਾਲ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕੀਤਾ। ਰਾਖਿਓ ਸਤਿਗੁਰ ਆਗੇ ਆਨ, ਤੇ ਬੜੀ ਭਾਵਨਾ ਦੇ ਨਾਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਜੇਠਮਲ ਸੇਠ ਨੇ ਪ੍ਰਸ਼ਾਦਾ ਸਾਧ ਸੰਗਤ ਜੀ ਅੱਗੇ ਲਿਆ ਕੇ ਜਿਸ ਤਰ੍ਹਾਂ ਬੜੇ ਸੁੰਦਰ ਤਰੀਕੇ ਨਾਲ ਪਰੋਸਿਆ। ਅਪਰ ਆਹਾਰ ਅਧਿਕ ਕਰਵਾਏ, ਸਭ ਡੇਰੇ ਕੋ ਦਇਓ ਅਚਾਏ। ਕੱਲੇ ਹਜੂਰ ਨੂੰ ਨਹੀਂ, ਭਾਂਤ ਭਾਂਤ ਦੇ 36 ਪ੍ਰਕਾਰ ਦੇ ਪਦਾਰਥ ਜੇਠਮਲ ਸੇਠ ਨੇ ਬਣਾਏ, ਤੇ ਨਾਲ ਹਜੂਰ ਦੇ ਗੁਰਸਿੱਖਾਂ ਦੀ ਵੀ ਓਨੀ ਸੇਵਾ ਕੀਤੀ। ਜਿਸ ਤਰ੍ਹਾਂ ਅੱਗੇ ਆਉਂਦਾ ਹੈ, ਵਾਹਣ ਸਰਬ ਸਦਨ ਬਧਵਾਏ, ਸਭ ਬਿਦ ਕੋ ਦੇ ਕਰ ਤ੍ਰਿਪਤਾਏ। ਤ੍ਰਿਣ ਦਾਣਾ ਜੋ ਕਹਿ ਮਿਸ਼ਟਾਨ, ਹਾਥ ਜੋਰ ਸੇਵਾ ਸਭ ਠਾਣ। ਇਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੇ ਨਾਲ ਜੋ ਸਿੱਖਾਂ ਦੇ ਪਾਸ ਘੋੜੇ ਸਨ, ਹੋਰ ਵਾਹਨ ਸਨ, ਉਹਨਾਂ ਨੂੰ ਸਾਧ ਸੰਗਤ ਜੀ ਆਪਣੇ ਡੇਰੇ ਵਿੱਚ ਉਤਾਰਿਆ।
ਅਤੇ ਇਸ ਤਰੀਕੇ ਨਾਲ ਮਹਾਰਾਜ ਜੀਆਂ ਦੀ ਸੇਵਾ ਕੀਤੀ ਤਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੇ ਗੁਰਸਿੱਖਾਂ ਨੂੰ ਪਤਾ ਲੱਗਦਾ ਸੀ ਕਿ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਹਨ। ਹਜੂਰ ਦੇ ਦਰਸ਼ਨਾਂ ਵਾਸਤੇ ਪਟਨਾ ਸਾਹਿਬ ਦੀਆਂ ਗਲੀਆਂ ਵਿੱਚ ਲਾਈਨਾਂ ਲੱਗ ਜਾਂਦੀਆਂ ਹਨ। ਦਰਸ਼ਨ ਕਰਨ ਵਾਲਿਆਂ ਦੀ ਵਾਰੀ ਨਹੀਂ ਆਉਂਦੀ। ਮਹਾਰਾਜ ਜੀਆਂ ਲਈ ਭਾਂਤ ਭਾਂਤ ਦੇ ਜਿਸ ਤਰ੍ਹਾਂ ਸਾਧ ਸੰਗਤ ਜੀ ਅਕੋਰਾਂ ਅਰਪਣ ਕਰਦੇ ਹਨ ਗੁਰਸਿੱਖ ਪਿਆਰੇ। ਜਿਸ ਸਮੇਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਪੁਰਾਤਨ ਇਤਿਹਾਸ ਦੇ ਵਿੱਚ ਵੀ, ਜਿਸ ਸਮੇਂ ਸਾਲਸਰਾਏ ਜੌਹਰੀ ਸੀ ਜੋ, ਜਿਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਬ੍ਰਹਮ ਗਿਆਨ ਦਾ ਉਪਦੇਸ਼ ਪਾ ਕੇ ਨਿਹਾਲ ਹੋਇਆ ਸੀ, ਜਿਸ ਤਰ੍ਹਾਂ ਇਸ ਦਾ ਨੌਕਰ ਸੀ ਅਧਰਕਾ। ਹਜੂਰ ਨੇ ਇਥੋਂ ਤਿੱਕਰ ਬਚਨ ਕਹਿ ਦਿੱਤੇ ਸੀ ਪਰਖ ਵਿੱਚ, ਸਾਲਸਰਾਏ ਜੌਹਰੀ ਜੇ ਕਲਿਆਣ ਚਾਹੁਣਾ ਹੈ ਤਾਂ ਆਪਣੇ ਨੌਕਰ ਦੇ ਭਾਵ ਚਰਨਾਂ ਤੇ ਢਹਿ ਪਾ। ਇਹ ਸਾਧ ਸੰਗਤ ਜੀ ਹਜੂਰ ਦੀ ਮੌਜ ਹੈ। ਤਾਂ ਉਸ ਸਮੇਂ ਕੌਣ ਆਪਣੇ ਨੌਕਰ ਦੇ ਚਰਨਾਂ ਤੇ ਹੱਥ ਲਾਉਂਦਾ ਹੈ, ਮਸਤਕ ਟੇਕਦਾ ਹੈ? ਤਾਂ ਸਾਲਸਰਾਏ ਜੌਹਰੀ ਨੇ ਹੱਥ ਜੋੜ ਕੇ ਕਿਹਾ ਸੀ, ਮਹਾਰਾਜ ਇਹ ਤਾਂ ਫਿਰ ਵੀ ਸਾਡਾ ਨੌਕਰ ਹੈ, ਭਾਵ ਮਨੁੱਖ ਹੈ। ਜੇ ਤੁਸੀਂ ਕਹੋ ਕਿਸੇ ਕੂਕਰ ਦੇ ਚਰਨਾਂ ਤੇ ਪੈ ਜਾ, ਮੈਂ ਸਾਧ ਸੰਗਤ ਜੀ ਕਹਿੰਦਾ ਹੈ ਕੂਕਰ ਦੇ ਚਰਨਾਂ ਤੇ ਭਾਵ ਕੁੱਤੇ ਦੇ ਚਰਨਾਂ ਤੇ ਪੈ ਜਾਵਾਂਗਾ। ਤਾਂ ਐਸੇ ਸਾਲਸਰਾਏ ਜੌਹਰੀ ਦੇ ਮਨ ਦਾ ਪ੍ਰੇਮ ਸੀ। ਜਿਸ ਸਮੇਂ ਹਜੂਰ ਜਾਣ ਲੱਗੇ ਤਾਂ ਇਸ ਨੇ ਕਿਹਾ ਸੀ, ਮਹਾਰਾਜ ਹੋਰ ਇੱਥੇ ਥੋੜਾ ਸਮਾਂ ਰੁਕੋ। ਤਾਂ ਉਸ ਸਮੇਂ ਹਜੂਰ ਨੇ ਕਿਹਾ ਸੀ, ਹੁਣ 10ਵੇਂ ਜਾਮੇ ਵਿੱਚ ਆਵਾਂਗੇ, ਆਪ ਜੀਆਂ ਦੇ ਘਰ ਦੇ ਵਿੱਚ ਅਸੀਂ ਖੇਡਾਂਗੇ ਵੀ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਇਧਰ ਜੇਠਮਲ ਸੇਠ ਦੇ ਘਰੇ ਜਦੋਂ ਸੰਗਤਾਂ ਨੇ ਦੇਖਿਆ ਕਿ ਥਾਂ ਛੋਟੀ ਪੈ ਗਈ ਹੈ, ਉੱਥੇ ਇੱਕ ਗੁਰਸਿੱਖ ਆਉਂਦਾ ਹੈ, ਹੱਥ ਜੋੜ ਕੇ ਕਹਿੰਦਾ ਹੈ, ਮਹਾਰਾਜ ਜੀ ਮੈਂ ਆਪਣੀ ਸਾਰੀ ਹਵੇਲੀ ਤੁਹਾਨੂੰ ਦੇਣਾ ਹਾਂ। ਮਹਾਰਾਜ ਜੀ ਆਪ ਜੀ ਸਾਡੀ ਹਵੇਲੀ ਵਿੱਚ ਆ ਕੇ ਆਸਣ ਲਾਵੋ। ਤਾਂ ਉਸ ਸਮੇਂ ਗੁਰਸਿੱਖਾਂ ਦੀ ਭਾਵਨਾ ਜਾਣ ਕੇ ਹਜੂਰ ਉਸ ਹਵੇਲੀ ਵਿੱਚ ਰਹੇ। ਜਿਸ ਤਰ੍ਹਾਂ ਇਤਿਹਾਸ ਆਉਂਦਾ ਹੈ ਕਿ ਫਿਰ ਉਸੇ ਹੀ ਹਵੇਲੀ ਦੇ ਵਿੱਚ ਗੁਰਸਿੱਖ ਸੰਗਤਾਂ ਚਾਹੁੰਦੀਆਂ ਸਨ ਕਿ ਹਜੂਰ ਦੇ ਖੁੱਲੇ ਵਿੱਚ ਦੂਰੋਂ ਹੀ ਦਰਸ਼ਨ ਹੋ ਜਾਇਆ ਕਰਨ। ਤਾਂ ਉਹ ਅੱਜ ਹਵੇਲੀ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਜੋ ਸਾਧ ਸੰਗਤ ਜੀ ਸਾਡਾ ਅੱਜ ਤਖਤ ਹੈ, 5 ਤਖਤਾਂ ਵਿੱਚੋਂ ਇੱਕ, ਅੱਜ ਉਹ ਹਵੇਲੀ ਸੀ। ਜਿਸ ਤਰ੍ਹਾਂ ਸਾਧ ਸੰਗਤ ਜੀ ਅੱਜ ਵੀ ਉੱਥੇ ਉਹ ਦਰਵਾਜ਼ੇ ਦੇ ਦਰਸ਼ਨ ਕਰਨ ਨੂੰ ਮਿਲਦੇ ਹਨ, ਜਿਸ ਦਰਵਾਜ਼ੇ ਰਾਹੀਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਹੋਏ ਸੀ। ਇਹ ਤਾਂ ਸਾਧ ਸੰਗਤ ਜੀ ਅੱਜ ਕੱਲ ਕੌਣ ਕਿਸੇ ਨੂੰ ਹਵੇਲੀ ਦਿੰਦਾ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਇੱਕ ਘਰ ਦੇ ਵਿੱਚ ਇੱਕ ਬੀਬੀ ਸੀ ਤੇ ਉਹਦਾ ਘਰ ਦਾ ਬਾਹਰ ਗਿਆ ਸੀ, ਬਾਹਰੋਂ ਕੋਈ ਉਹਨਾਂ ਦਾ ਰਿਸ਼ਤੇਦਾਰ ਆ ਜਾਂਦਾ ਹੈ, ਆ ਕੇ ਪੁੱਛਦਾ ਹੈ ਘਰੇ ਹਨ, ਤਾਂ ਅੱਗੋਂ ਕਹਿ ਦਿੰਦੀ ਹੈ ਪਹਿਲਾਂ ਹੀ ਨਹੀਂ। ਤਾਂ ਸਾਧ ਸੰਗਤ ਜੀ ਕੰਧ ਦੇ ਉੱਤੇ ਇੱਕ ਵੱਡਾ ਸਾਰਾ ਸੇਬ ਬਣਾ ਦਿੰਦੀ ਹੈ, ਤਾਂ ਕਹਿੰਦੀ ਹੈ ਆਓ ਸੇਬ ਛਕ ਲਓ। ਭਾਵ ਕਿ ਉਸ ਨੂੰ ਜਿਸ ਤਰ੍ਹਾਂ ਇੰਨੇ ਸ਼ੂਮ ਸੀ ਅੱਜ ਕੱਲ ਦਾ ਜਿਸ ਤਰ੍ਹਾਂ ਹਾਲਾਤ ਹੈ, ਕਹਿੰਦੀ ਬਣਾ ਕੇ ਕੰਧ ਤੇ ਵੱਡਾ ਸਾਰਾ ਸੇਬ ਤੇ ਸੇਬ ਛਕ ਲਓ। ਤਾਂ ਉਹ ਅੱਗੋਂ ਬੰਦਾ ਉਹ ਵੀ ਕਹਿੰਦਾ ਨਹੀਂ ਮੈਂ ਰੱਜ ਗਿਆ ਹਾਂ। ਤਾਂ ਸਾਧ ਸੰਗਤ ਜੀ ਜਦੋਂ ਉਸ ਦਾ ਘਰ ਦਾ ਆਉਂਦਾ ਹੈ ਤਾਂ ਉਸ ਨੂੰ ਪੁੱਛਦਾ ਹੈ ਆ ਕੇ ਕੋਈ ਆਇਆ ਸੀ, ਦੱਸਦੀ ਹੈ ਫਲਾਣਾ ਬੰਦਾ ਆਇਆ ਸੀ। ਕਹਿੰਦਾ ਕੁਛ ਖਵਾਇਆ ਪਿਆਇਆ ਫਿਰ ਉਹਨੂੰ? ਕਹਿੰਦੀ ਹੈ ਹਾਂ ਆ ਸੇਬ ਖਵਾਇਆ ਹੈ। ਉਹ ਅੱਗੋਂ ਓਡਾ ਸੂਮ ਕਹਿੰਦਾ ਐਡਾ ਵੱਡਾ ਕਿਉਂ ਬਣਾ ਦਿੱਤਾ? ਭਾਵ ਕਿ ਸਾਧ ਸੰਗਤ ਜੀ ਐਸੀ ਹਾਲਤ ਹੈ। ਤੇ ਗੁਰਸਿੱਖ ਨੇ ਹਵੇਲੀ ਸਾਧ ਸੰਗਤ ਜੀ ਹਜੂਰ ਨੇ ਜਿਸ ਸਮੇਂ ਆਖਿਆ ਸੀ ਫਿਰ ਅਸੀਂ ਇੱਥੇ ਪੱਕਾ ਨਿਵਾਸ ਕਰਾਂਗੇ, ਤਾਂ ਸਾਧ ਸੰਗਤ ਜੀ ਅਰਦਾਸਾ ਸੋਧਿਆ ਗਿਆ। ਹਜੂਰ ਨੇ ਜਨਮ ਮਰਨ ਦੇ ਦੁੱਖ ਕੱਟੇ। ਜਿਸ ਤਰ੍ਹਾਂ ਉਸ ਹਵੇਲੀ ਦੇ ਵਿੱਚ ਭਾਵ ਅੱਜ ਤਖਤ ਸ੍ਰੀ ਪਟਨਾ ਸਾਹਿਬ ਜਿਸ ਜਗ੍ਹਾ ਤੇ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਜਿਸ ਜਗ੍ਹਾ ਤੇ ਭਾਰੀ ਸ਼ੋਭਾ ਪਾ ਰਿਹਾ ਹੈ, ਆਓ ਸਾਧ ਸੰਗਤ ਜੀ ਆਪਣੀਆਂ ਮਨ ਚਿੱਤ ਬਿਰਤੀਆਂ ਉਸ ਅਸਥਾਨ ਤੇ ਲੈ ਕੇ ਪਹੁੰਚੀਏ। ਗੁਰਸਿੱਖ ਸੰਗਤਾਂ ਸੱਜ ਬੈਠੀਆਂ ਹਨ, ਹਜੂਰ ਦਾ ਦੀਵਾਨ ਲੱਗਾ ਹੈ, ਵਿੱਚੋਂ ਗੁਰਸਿੱਖ ਹੱਥ ਜੋੜ ਕੇ ਮਹਾਰਾਜ ਜੀ ਅੱਗੇ ਅਰਦਾਸ ਕਰਨ ਲੱਗੇ ਹਨ। ਕੀ ਕਹਿੰਦੇ ਹਨ? ਮਹਾਰਾਜ ਜੀ ਸਾਡਾ ਮਨ ਇਹ ਨਾਮ ਦੇ ਵਿੱਚ ਕਿਉਂ ਨਹੀਂ ਲੱਗਦਾ? ਹਜੂਰ ਮਹਾਰਾਜ ਜੀ ਕਿਰਪਾ ਕਰਕੇ ਸਾਡੀ ਕਲਿਆਣ ਦਾ ਉਪਦੇਸ਼ ਦੇਵੋ। ਇਹ ਪਟਨਾ ਸਾਹਿਬ ਦੀਆਂ ਸੰਗਤਾਂ ਨੇ ਹੱਥ ਜੋੜ ਕੇ ਆਖਿਆ ਹੈ, ਮਹਾਰਾਜ ਜੀ ਹੋਰ ਕੰਮਾਂ ਵਿੱਚ ਮਹਾਰਾਜ ਜੀ ਸਾਡਾ ਮਨ ਇਸ ਨਾਮ ਵਿੱਚ ਕਿਉਂ ਨਹੀਂ ਲੱਗਦਾ? ਇਹ ਮਹਾਰਾਜ ਜੀ ਦੱਸੋ। ਤਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਜੈਤ ਸ੍ਰੀ ਰਾਗ ਦੇ ਵਿੱਚ ਹਜੂਰ ਨੇ ਸ਼ਬਦ ਉਚਾਰਨ ਕੀਤਾ ਸੀ। ਆਓ ਸਾਧ ਸੰਗਤ ਜੀ ਹਜੂਰ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ, ਦੋਨੋਂ ਹੱਥ ਜੋੜ ਕੇ ਸੁਰਤੇ ਲੈ ਜਾਈਏ ਪਟਨਾ ਸਾਹਿਬ ਜੀਆਂ ਦੀ ਧਰਤੀ ਤੇ। ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਨਾਵਾ। ਜੈਤ ਸ੍ਰੀ ਮਹੱਲਾ ਨਾਵਾ। ਭਾਵ ਧੰਨ ਧੰਨ ਜਾਗਤੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੰਗਤਾਂ ਦੀ ਭਾਵ ਅਰਦਾਸ ਸੁਣ ਕੇ ਹਜੂਰ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਨ ਲੱਗੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਪਰਮਾਤਮਾ ਜੋ ਇੱਕ ਹੈ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਭੂਲਿਓ ਮਨ ਮਾਇਆ ਉਰਜਾਇਓ। ਮਹਾਰਾਜ ਜੀ ਸਾਡਾ ਮਨ ਕਿਉਂ ਨਹੀਂ ਲੱਗਦਾ ਨਾਮ ਦੇ ਵਿੱਚ? ਹਜੂਰ ਨੇ ਫਰਮਾਇਆ ਹੈ ਭੁੱਲਿਓ ਮਨ। ਗੁਰਸਿੱਖੋ ਇਹ ਮਨ ਭੁੱਲ ਗਿਆ ਹੈ। ਹਜੂਰ ਕਿਵੇਂ ਭੁੱਲ ਗਿਆ ਹੈ? ਮਹਾਰਾਜ ਜੀ ਕਹਿੰਦੇ ਹਨ ਮਾਇਆ ਵਿੱਚ ਉਰਝਾ ਗਿਆ ਹੈ। ਜੋ ਜੋ ਕਰਮ ਕੀਓ ਲਾਲਚ ਲਗ। ਇਹ ਜੋ ਵੀ ਕਰਮ ਕਰਦਾ ਹੈ ਮਨੁੱਖ ਸਭ ਲਾਲਚ ਦੇ ਵਸ ਹੋ ਕੇ ਕਰਦਾ ਹੈ। ਤਹਿ ਤਹਿ ਆਪ ਬੰਧਾਇਓ। ਤਾਂ ਜਿਵੇਂ ਜਿਵੇਂ ਇਹ ਲਾਲਚ ਦੇ ਵਿੱਚ ਕਰਮ ਕਰਦਾ ਹੈ ਇਹਨੂੰ ਲੱਗਦਾ ਹੈ ਮੈਨੂੰ ਹੋਰ ਮਾਇਆ ਪ੍ਰਾਪਤ ਹੋ ਰਹੀ ਹੈ, ਹੋਰ ਸੁੱਖ ਪ੍ਰਾਪਤ ਹੋ ਰਿਹਾ ਹੈ। ਪਰ ਹਜੂਰ ਕਹਿੰਦੇ ਹਨ ਤਿਹ ਤਿਹ ਆਪ ਬੰਧਾਇਓ। ਮਹਾਰਾਜ ਜੀ ਕਹਿੰਦੇ ਹਨ ਇਹ ਮੂਰਖ ਉਸ ਦੇ ਵਿੱਚ ਬੰਨਿਆ ਜਾਂਦਾ ਹੈ ਜਿਸ ਤਰ੍ਹਾਂ ਜਕੜਿਆ ਜਾਂਦਾ ਹੈ ਮਾਇਆ ਦੇ ਇਸ ਪ੍ਰਭਾਵ ਦੇ ਅੰਦਰ, ਇਸੇ ਤਰ੍ਹਾਂ ਹੀ ਭੁੱਲਿਓ। ਭੂਲਿਓ ਮਨ ਮਾਇਆ ਉਰਜਾਇਓ। ਮਹਾਰਾਜ ਜੀ ਕਹਿੰਦੇ ਹਨ ਕਿ ਇਸ ਜੀਵ ਨੂੰ ਪਤਾ ਹੀ ਨਹੀਂ ਲੱਗਦਾ। ਸਾਧ ਸੰਗਤ ਜੀ ਮਾਇਆ ਬਹੁਤ ਪ੍ਰਕਾਰ ਦੀ ਹੁੰਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਤਿੰਨ ਗੁਣ ਮਾਇਆ ਦੇ ਮੁੱਖ ਮੰਨੇ ਗਏ ਹਨ, ਰਜੋ ਤਮੋ ਸਤੋ। ਇਸ ਤੇ ਸਾਧ ਸੰਗਤ ਜੀ ਬਹੁਤ ਵਿਚਾਰ ਹੋ ਸਕਦੀ ਹੈ, ਪਰ ਇਸ ਤਰ੍ਹਾਂ ਜੇ ਸਿੰਪਲ ਤਰੀਕੇ ਨਾਲ ਵੇਖਿਆ ਜਾਵੇ ਜੋ ਵੀ ਚੀਜ਼ ਹੈ ਜੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਦੂਰ ਕਰਦੀ ਹੈ, ਚਾਹੇ ਉਹ ਜੜ ਮਾਇਆ ਹੋਵੇ, ਚਾਹੇ ਚੇਤਨ ਭਾਵ, ਚਾਹੇ ਉਹ ਘਰ ਦੇ ਜੀਅ ਕਿਉਂ ਨਾ ਹੋਣ, ਜੇ ਸਾਨੂੰ ਗੁਰੂ ਘਰ ਆਉਣ ਤੋਂ ਰੋਕਦੇ ਹਨ, ਸਿੱਖੀ ਵੱਲ ਤੁਰਨ ਤੋਂ ਰੋਕਦੇ ਹਨ, ਉਹ ਮਾਇਆ ਹੈ। ਜੇ ਬਾਹਰੀ ਤਰੀਕੇ ਨਾਲ ਦੇਖਿਆ ਜਾਏ ਸਾਡੇ ਕੰਮਕਾਰ, ਲੋਭ, ਜੇ ਸਾਡੀਆਂ ਕੋਈ ਐਸੀਆਂ ਆਦਤਾਂ ਸਾਨੂੰ ਗੁਰੂ ਘਰ ਵੱਲੋਂ ਰੋਕਦੀਆਂ ਹਨ, ਉਹ ਸਭ ਮਾਇਆ ਹੈ। ਹਜੂਰ ਕਹਿੰਦੇ ਹਨ ਭੂਲਿਓ ਮਨ ਮਾਇਆ ਉਰਝਾਇਓ। ਮਹਾਰਾਜ ਜੀ ਕਹਿੰਦੇ ਹਨ ਮਾਇਆ ਵੱਲ ਉਰਝਾ ਗਿਆ ਹੈ। ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਇਹ ਮਾਇਆ ਐਸੀ ਪ੍ਰਬਲ ਹੈ ਸਾਧ ਸੰਗਤ ਜੀ, ਆਪ ਸਭ ਭਲੀ ਭਾਂਤ ਹਜੂਰ ਦੇ ਸਾਰੇ ਉਪਦੇਸ਼ ਹੀ ਪਤਾ ਹਨ ਕਿ ਕੀ ਠੀਕ ਹੈ ਕੀ ਗਲਤ। ਕਿਸੇ ਨੂੰ ਸਾਧ ਸੰਗਤ ਜੀ ਸਭ ਨੂੰ ਪਤਾ ਹੁੰਦਾ ਹੈ ਕਿ ਕਿਸੇ ਦਾ ਦਿਲ ਦਿਖਾਉਣਾ ਪਾਪ ਹੈ, ਕਿਸੇ ਨਾਲ ਠੱਗੀ ਕਰਨੀ ਪਾਪ ਹੈ। ਐਸੀ ਬਾਤ ਨਹੀਂ ਹੈ ਕਿ ਕਿਸੇ ਨੂੰ ਨਹੀਂ ਪਤਾ। ਹੋਰ ਸਭ ਚੀਜ਼ਾਂ ਆਪਣੇ ਆਪ ਆ ਜਾਂਦੀਆਂ ਹਨ ਮਾੜੇ ਕਰਮ ਕਰਨੇ। ਪਰ ਜੇ ਅੱਜ ਗੁਰਸਿੱਖਾਂ ਦੇ ਘਰ ਵਿੱਚ ਜਨਮ ਹੋਇਆ ਹੋਵੇ ਫਿਰ ਵੀ ਪੁੱਛਦੇ ਫਿਰਦੇ ਹਨ ਬਾਬਾ ਜੀ ਨਾਮ ਵਿੱਚ ਬਿਰਤੀ ਕਿਵੇਂ ਲੱਗਦੀ ਹੈ? ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਹੋਈਏ ਸਿੱਖ ਤੇ ਹਜੇ ਤੀਕਰ ਸਾਧ ਸੰਗਤ ਜੀ ਇਹ ਸਭ ਮਹਾਰਾਜ ਜੀ ਨਾਮ ਵਿੱਚ ਬਿਰਤੀ ਜੋੜਨ ਦਾ ਉਪਦੇਸ਼ ਹੀ ਦੱਸਦੇ ਹਨ। ਮਹਾਰਾਜ ਜੀ ਕਹਿੰਦੇ ਹਨ ਇਹੋ ਮਨ ਮਾਇਆ ਮੋਹਿਆ ਦੇਖਣ ਸੁਣਨ ਨਾ ਹੋਏ। ਇਹ ਮਾਇਆ ਇਸ ਬੰਦੇ ਨੂੰ ਨਾ ਹੀ ਤਾਂ ਗੁਰੂ ਸਾਹਿਬ ਦੇ ਦਰਸ਼ਨ ਦੇਖਣ ਦਿੰਦੀ ਹੈ, ਭਾਵ ਹਜੂਰ ਦੀ ਤਾਬਿਆਂ ਤੇ ਹਜੂਰ ਸੱਜੇ ਹੋਣ। ਮਹਾਰਾਜ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਿਰ ਵੀ ਮਨ ਵਿੱਚ ਭੈ ਨਹੀਂ ਰੱਖਦੇ। ਸਭ ਬੋਰਡ ਲੱਗੇ ਹਨ ਕਿ ਜਰਾਬਾਂ ਪਾ ਕੇ ਆਉਣੀਆਂ ਮਨਾ ਹਨ। ਇਹ ਸਾਧ ਸੰਗਤ ਜੀ ਫਿਰ ਵੀ ਜੇ ਜਰਾਬਾਂ ਪਾ ਕੇ ਆਈਏ, ਕਿਉਂਕਿ ਦੇਖਣਾ ਨਹੀਂ ਨਾ ਜਾਂਦਾ ਮਾਇਆ ਦੇ ਵਿੱਚ, ਇਸੇ ਤਰ੍ਹਾਂ ਸੁਣਿਆ ਵੀ ਨਹੀਂ ਜਾਂਦਾ। ਭਾਵ ਕਿ ਜੇ ਕੋਈ ਕਹਿ ਦਵੇ ਅੱਗੋਂ ਤਾਂ ਗੁੱਸਾ ਕਰਦੇ ਹਨ। ਇਹ ਸਾਧ ਸੰਗਤ ਜੀ ਜੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਉਪਦੇਸ਼ ਜਾਣ ਕੇ ਜੇ ਹਿਰਦੇ ਵਿੱਚ ਵਸਾਓਗੇ ਤਾਂ ਕਲਿਆਣ ਹੋ ਜਾਵੇਗੀ। ਜੇ ਸੋਚੋਗੇ ਭਚੰਗੀ ਬੋਲ ਰਿਹਾ ਹੈ ਤਾਂ ਸਾਧ ਸੰਗਤ ਜੀ ਫਿਰ ਗੁੱਸਾ ਲੱਗੇਗਾ। ਤਾਂ ਇਸ ਤਰ੍ਹਾਂ ਹਜੂਰ ਕਹਿੰਦੇ ਹਨ ਮਾਇਆ ਦੇ ਵਿੱਚ ਜੀਵ ਮੋਹਿਆ ਵੇਖਣ ਸੁਣ ਨਾ ਹੋਏ। ਇਸ ਤੋਂ ਨਾ ਹੀ ਕੁਝ ਵੇਖਿਆ ਜਾਂਦਾ ਹੈ ਤੇ ਨਾ ਹੀ ਸੁਣਿਆ ਜਾਂਦਾ ਹੈ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕੀਤੇ ਬਿਨਾ ਪ੍ਰੀਤ ਨਹੀਂ ਉਪਜਣੀ। ਕਿਉਂਕਿ ਸਾਧ ਸੰਗਤ ਜੀ ਹਜੂਰ ਨੇ ਕਿਹਾ ਸੀ ਬਾਤ ਕਰਨ ਮੁਝ ਸੋਚਾ ਹੈ, ਪੜ੍ਹੈ ਗੁਰੂ ਗ੍ਰੰਥ ਚਿਤ ਲਾਏ। ਅੱਜ ਕੱਲ ਤਾਂ ਸਾਧ ਸੰਗਤ ਜੀ ਗੁਰਬਾਣੀ
ਭਾਵ ਕੋਈ ਵਿਰਲਾ ਹੀ ਹੈ ਜੋ ਸ਼ੁੱਧ ਗੁਰਬਾਣੀ ਜਿਸ ਨੇ ਸੰਥਿਆ ਲੈ ਕੇ ਪੜ੍ਹਦੇ ਹਨ। ਭਾਵ ਸਮਾਂ ਹੀ ਨਹੀਂ ਹੈ। ਤੇ ਮਹਾਰਾਜ ਜੀ ਕਹਿੰਦੇ ਹਨ ਪ੍ਰੇਮ ਕਿਵੇਂ ਲੱਗੇਗਾ। ਭਾਵ ਹੋਰ ਸਭ ਸਮੇਂ ਕੱਢਦਾ ਹੈ ਬੰਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਕੰਮਾਂ ਕਾਰਾਂ ਵਾਸਤੇ ਹਜੂਰ ਕਹਿੰਦੇ ਹਨ ਪ੍ਰੀਤ ਨੀ ਇਸ ਤਰ੍ਹਾਂ ਉਪਜਨੀ, ਨਾਨਕ ਜਿਨ ਅੱਖੀਂ ਲੀਤਿਆਂ ਸੋਈ ਸੱਚਾ ਦੇ। ਭਾਵ ਜੇ ਤਾਂ ਤੂੰ ਆਪਣੀਆਂ ਹਜੂਰ ਨੂੰ ਦੇਖ ਕੇ ਅੱਖਾਂ ਲੀਤੀਆਂ, ਭਾਵ ਮੀਟ ਲਈਆਂ ਹਨ, ਇਹ ਤਾਂ ਤੇਰੀ ਆਪਦੀ ਅਣਗਹਿਲੀ ਹੈ। ਪਰ ਕਾਲ ਪੁਰਖ ਵਾਹਿਗੁਰੂ ਦੇਖ ਤੇਰੇ ਭਲੇ ਵਾਸਤੇ ਜੇ ਤੂੰ ਇੱਥੇ ਦੀਵਾਨ ਵਿੱਚ ਸੱਜ ਬੈਠਾ ਹੈ, ਇਹ ਆਪਣੀ ਲਿਆਕਤ ਕਰਕੇ ਸਾਧ ਸੰਗਤ ਜੀ ਕੋਈ ਨਹੀਂ ਆਇਆ। ਹਜੂਰ ਨੇ ਆਪਾਂ ਨੂੰ ਸੱਦਿਆ ਹੈ ਤੇ ਜਿੰਦੇ ਬਾਬਤ ਹਜੂਰ ਸੋਚ ਲੈਣ ਉਹਦਾ ਕਿਉਂ ਨਾ ਭਲਾ ਹੋਵੇਗਾ। ਮਹਾਰਾਜ ਜੀ ਕਹਿੰਦੇ ਹਨ ਅੱਖਾਂ ਮੀਟ ਲਈਆਂ ਹਨ ਹਜੂਰ ਦੇ ਉਪਦੇਸ਼ ਤੋਂ ਇਸ ਬੰਦੇ ਨੇ, ਇਸ ਕਰਕੇ ਇਸ ਦਾ ਮਨ ਇਸ ਮਹਾਰਾਜ ਜੀਆਂ ਦੇ ਨਾਮ ਵਿੱਚ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਭੂਲਿਓ ਮਨ ਮਾਇਆ ਉਰਜਾਇਓ। ਜਿਸ ਤਰ੍ਹਾਂ ਭਗਤ ਤਰਲੋਚਨ ਜੀ ਦੱਸਦੇ ਹਨ ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ। ਮਹਾਰਾਜ ਜੀ ਕਹਿੰਦੇ ਹਨ ਕਿ ਇਹ ਮਾਇਆ ਦੇ ਮੋਹ ਵਿੱਚ ਐਸਾ ਮਸਤ ਹੋਇਆ ਹੈ, ਇਸ ਨੂੰ ਬੁਢਾਪਾ ਜਿਹੜਾ ਸਾਧ ਸੰਗਤ ਜੀ ਸਰੀਰ ਨੂੰ ਬਸ ਦਿਨਾਂ ਪ੍ਰਤੀ ਦਿਨ ਇਹਦੀ ਉਮਰ ਲੰਘਦੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਇਹਦਾ ਜਿਹੜਾ ਸਰੀਰ ਹੈ ਬਿਮਾਰ ਪਿਆ ਜਾਂਦਾ ਹੈ। ਇਸੇ ਤਰ੍ਹਾਂ ਜੋ ਕਾਲ ਹੈ ਇਹਨੂੰ ਲੱਗਦਾ ਹੈ ਮੈਂ ਅਮਰ ਰਹਿਣਾ ਹੈ। ਮਹਾਰਾਜ ਜੀ ਕਹਿੰਦੇ ਹਨ ਉਹ ਤਾਂ ਇਸ ਨੂੰ ਵਿਸਰ ਹੀ ਗਿਆ ਹੈ। ਜਿਸ ਤਰ੍ਹਾਂ ਕੁਟੰਬ ਦੇਖ ਬਿਗਸੈ ਕਮਲਾ ਜਿਉ, ਪਰ ਘਰ ਜੋਹ ਹੈ ਕਪਟ ਨਰਾ। ਆਪਣੇ ਪੁੱਤਰ ਧੀਆਂ ਦੇਖ ਕੇ ਜਿਸ ਤਰ੍ਹਾਂ ਸਾਧ ਸੰਗਤ ਜੀ ਸ਼ਦਾਈ ਹੋਇਆ ਰਹਿੰਦਾ ਹੈ, ਬੜਾ ਮਾਣ ਕਰਦਾ ਹੈ। ਇਥੋਂ ਤਿੱਕਰ ਕੀ ਸਾਧ ਸੰਗਤ ਜੀ ਇਹ ਮਹਾਰਾਜ ਜੀਆਂ ਦੀ ਗੁਰਬਾਣੀ ਕਹਿੰਦੀ ਹੈ ਕਿ ਪਰ ਘਰ ਜੋਹ ਹੈ ਕਪਟ ਨਰਾ। ਆਪਣੇ ਘਰ ਦੇ ਵਿੱਚ ਸਾਧ ਸੰਗਤ ਜੀ ਜਿੰਨੀ ਮਰਜ਼ੀ ਦੌਲਤ ਹੋਵੇ ਫਿਰ ਵੀ ਪਰਾਇਆ ਘਰਾਂ ਨੂੰ ਤੱਕਦਾ ਹੈ, ਈਰਖਾ ਕਰਦਾ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਆਪਣੀ ਬੁੱਧੀ ਤੇ ਪਰਾਇਆ ਧਨ ਸਭ ਨੂੰ ਵੱਡਾ ਲੱਗਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਆਪਣੀ ਇਸਤਰੀ ਵੀ ਕਿੰਨੀ ਸੋਹਣੀ ਹੋਵੇ ਪਰ ਫਿਰ ਵੀ ਹਜੂਰ ਕਹਿੰਦੇ ਹਨ ਪਰ ਘਰ ਜੋਹ ਹੈ ਕਪਟ ਨਰਾ, ਪਰਾਇਆ ਘਰਾਂ ਵੱਲ ਤੱਕਦਾ ਹੈ। ਇਥੋਂ ਤਿਕਰ ਹਜੂਰ ਕਹਿੰਦੇ ਹਨ ਦੂੜਾ ਆਇਓ ਹੈ ਜਮ ਹੈ ਤਣਾ। ਮਹਾਰਾਜ ਜੀ ਕਹਿੰਦੇ ਹਨ ਉਹ ਦੇਖ ਜਮ ਆ ਗਏ ਹਨ, ਬੜੇ ਦੌੜਦੇ ਆਉਂਦੇ ਹਨ। ਹਜੂਰ ਕਿੰਨੀ ਦੌੜਦੇ ਆਉਂਦੇ ਹਨ। ਮਹਾਰਾਜ ਜੀ ਕਹਿੰਦੇ ਹਨ ਦੇਖ ਰਾਤ ਪੈ ਜਾਂਦੀ ਹੈ, ਦਿਨ ਚੜ ਜਾਂਦਾ ਹੈ, ਤੂੰ ਕਹਿੰਦਾ ਹੈ 2022 ਚੜ ਗਿਆ, ਮੈਂ 22 ਸਾਲਾਂ ਦਾ ਹੋ ਗਿਆ ਹਾਂ, ਪਤਾ ਹੀ ਨਹੀਂ ਲੱਗਾ। ਹਜੂਰ ਕਹਿੰਦੇ ਹਨ ਏਦਾਂ ਹੀ ਇੱਕ ਦਿਨ ਆਉਣਾ ਹੈ ਜਮਾਂ ਨੇ, ਤੂੰ ਨਾਮ ਵਿੱਚ ਤੇਰੀ ਬਿਰਤੀ ਨਹੀਂ ਲੱਗਦੀ ਕਿਉਂਕਿ ਤੂੰ ਮਾਇਆ ਵਿੱਚ ਉਰਝਾ ਗਿਆ ਹੈ। ਤਿੰਨ ਆਗਲੜੇ ਮੈਂ ਰਹਿਣ ਨਾ ਜਾਏ। ਮਹਾਰਾਜ ਜੀ ਕਹਿੰਦੇ ਹਨ ਅੱਗੇ ਤੈਨੂੰ ਇਹਨਾਂ ਨੇ ਰਾਹ ਨਹੀਂ ਉਹ ਦੇਣਾ, ਤੈਨੂੰ ਨੂੜ ਕੇ ਸੁੱਟ ਦੇਣਾ ਹੀ। ਕੋਈ ਸਾਜਣ ਆਏ ਕਹੈ। ਮਹਾਰਾਜ ਜੀ ਕਹਿੰਦੇ ਹਨ ਅਸੀਂ ਦੇਖਦੇ ਹਾਂ ਦਰਸ਼ਨ ਕਰਨ ਵਾਸਤੇ ਸਾਰੇ ਆਉਂਦੇ ਹਨ ਪਰ ਕੋਈ ਸਾਜਨ ਆਏ ਕਹੇ। ਹਜੂਰ ਕੀ ਕਹਿੰਦਾ ਹੈ ਕੋਈ ਸੱਜਣ ਆ ਕੇ ਮਿਲ ਮੇਰੇ ਬੀਠਲਾ ਲੈ ਬਾਹੜੀ ਵਲਾਏ। ਹੇ ਮੇਰੇ ਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਂ ਥੱਕ ਗਿਆ ਹਾਂ, ਹਜੂਰ ਹੁਣ ਆਪਣੀ ਛਾਤੀ ਨਾਲ ਲਾ ਕੇ ਮੈਨੂੰ ਠੰਡ ਪਾ ਦਵੋ। ਮਹਾਰਾਜ ਜੀ ਕਹਿੰਦੇ ਹਨ ਇਹ ਕੋਈ ਵਿਰਲਾ ਕੋਈ ਸਾਜਨ ਆਏ ਕਹੇ, ਕਰੋੜਾਂ ਵਿੱਚ ਕੋਈ ਇੱਕ ਆਉਂਦਾ ਹੈ, ਨਹੀਂ ਤਾਂ ਹਜੂਰ ਕਹਿੰਦੇ ਹਨ ਸਭ ਇੱਥੇ ਕਹਿੰਦੇ ਹਨ ਦਰਸ਼ਨ ਕਰਨ ਵਾਸਤੇ ਤਾਂ ਆਉਂਦੇ ਹਨ ਪਰ ਮਨ ਵਿੱਚ ਸ਼ਰਧਾ ਨਹੀਂ ਹੈਗੀ। ਮਿਲ ਮੇਰੇ ਰਾਮਈਆ ਮੋਹੇ ਲੇਹੋ ਛਡਾਏ। ਮਹਾਰਾਜ ਜੀ ਮੈਨੂੰ ਇਹਨਾਂ ਚੀਜ਼ਾਂ ਤੋਂ ਛਡਾ ਲਵੋ ਕਿਉਂਕਿ ਹਜੂਰ ਕਹਿੰਦੇ ਹਨ ਜਦੋਂ ਸਮਝ ਆ ਜਾਂਦੀ ਹੈ ਬੰਦੇ ਨੂੰ ਉਦੋਂ ਹੀ ਗੱਲ ਬਣਦੀ ਹੈ। ਇਸ ਕਰਕੇ ਗੁਰਸਿੱਖੋ ਤੁਹਾਡਾ ਨਾਮ ਵਿੱਚ ਮਨ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਭੂਲਿਓ ਮਨ ਮਾਇਆ ਉਰਜਾਇਓ। ਅਤੇ ਸਾਧ ਸੰਗਤ ਜੀ ਕਈਆਂ ਨੂੰ ਦੇਖਣ ਨੂੰ ਐ ਲੱਗਦਾ ਹੈ ਕਿ ਬੜਾ ਗਿਆਨ ਕਥਨ ਕਰਦੇ ਹਨ। ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਬਾਹਰੋਂ ਤਾਂ ਐ ਲੱਗਦਾ ਹੈ ਜਿਵੇਂ ਇਹਨਾਂ ਨੂੰ ਸਭ ਚਾਨਣ ਹੈ, ਸਭ ਪਤਾ ਹੈ, ਬੜੀ ਸੁਰਤੀ ਜੁੜਦੀ ਹੋਵੇਗੀ ਪਰ ਦਿਲ ਦੇ ਵਿੱਚ ਤਾਂ ਅੰਧਿਆਰੀ ਰਾਤ ਹੈ। ਇੰਨੀ ਬਾਣੀ ਪੜ੍ਹ ਕੇ ਵੀ ਕਿਉਂ? ਮਹਾਰਾਜ ਜੀ ਕਹਿੰਦੇ ਹਨ ਵੇਦ ਪੜ੍ਹੈ ਹਰ ਰਸ ਨਹੀਂ ਆਇਆ। ਪਾਠ ਤਾਂ ਕੀਤਾ ਹੈ ਬਹੁਤ ਪਰ ਰਸਨਾ ਤੇ ਰਸ ਨਹੀਂ ਆਇਆ।
ਕਿਉਂ ਹਜੂਰ ਰਸ ਕਿਉਂ ਨਹੀਂ ਆਇਆ, ਵਾਦ ਵਿਖਾਣਾ ਮੋਹਿਆ ਮਾਇਆ। ਕਈ ਸਾਧ ਸੰਗਤ ਜੀ ਇਸ ਕਰਕੇ ਪਾਠ ਕਰਦੇ ਹਨ, ਇਸ ਕਰਕੇ ਬਾਣੀ ਪੜ੍ਹਦੇ ਹਨ ਕਿ ਜਦੋਂ ਮੈਂ ਕੋਈ ਚਰਚਾ ਕਰੇਗਾ ਮੇਰੇ ਨਾਲ ਉਸ ਨੂੰ ਹਰਾਵਾਂਗਾ, ਜਾਂ ਲੋਭ ਕੇ ਲਾਗੇ ਫਿਰਿਓ ਘਰ ਹੀ ਘਰ, ਜੋਗ ਕੇ ਨਿਆਸ ਸਭੈ ਬਿਸਰਾਏ। ਜੇ ਲਾਲਚ ਵਿੱਚ ਆ ਕੇ ਪੜਿਆ ਕਿ ਇਹਨੂੰ ਕੋਈ ਕੰਮ ਨਹੀਂ ਆਉਂਦਾ, ਚਲੋ ਇਹ ਬਾਬਾ ਬਣ ਜਾਏਗਾ, ਕੈਨੇਡਾ ਦਾ ਵੀਜ਼ਾ ਸੌਖਾ ਲੱਗ ਜੂਗਾ, ਮਹਾਰਾਜ ਜੀ ਕਹਿੰਦੇ ਹਨ ਕੋਈ ਰਸ ਨਹੀਂ ਆਇਆ, ਕਿਉਂਕਿ ਇਹ ਮੋਹਿਆ ਮਾਇਆ ਨੇ ਮੋਹ ਲਿਆ ਹੈ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਕਹਿੰਦੇ ਹਨ ਅਗਿਆਨ ਦੇ ਮਤ ਦੇ ਵਿੱਚ ਜੇ ਤੂੰ ਪਾਠ ਵੀ ਕੀਤਾ ਹੈ ਭਾਵ ਆਪਣੀ ਪ੍ਰਸਿੱਧੀ ਵਾਸਤੇ, ਤਾਂ ਮਹਾਰਾਜ ਜੀ ਕਹਿੰਦੇ ਹਨ ਐਸੀ ਬਾਤ ਨਹੀਂ ਬਣਨੀ, ਇਹ ਗੁਰਮੁਖਾਂ ਨੇ ਬੁੱਝ ਲਿਆ ਹੈ। ਤੇ ਉਹ ਆਪਣੀ ਛਾਤੀ ਨੂੰ ਠੋਕ ਠੋਕ ਕੇ ਗਾਉਂਦੇ ਹਨ ਕਿ ਹੁਣ ਅਸੀਂ ਤਾਂ ਸਾਰੰਗ ਪਾਣੀ ਨੂੰ ਮਿਲ ਗਏ ਹਾਂ, ਹੁਣ ਤਾਂ ਜਾ ਕੇ ਸਿੱਧਾ ਸਿੰਘਾਸਣ ਤੇ ਬਿਰਾਜਾਂਗੇ। ਇਸੇ ਤਰ੍ਹਾਂ ਹੀ ਭੂਲਿਓ ਮਨ ਮਾਇਆ ਉਰਜਾਇਓ, ਜਿਸ ਤਰ੍ਹਾਂ ਹਜੂਰ ਸਾਡਾ ਤਾਂ ਮਨ ਭੁੱਲ ਗਿਆ ਹੈ, ਮਾਇਆ ਦੇ ਵਿੱਚ ਉਰਝਾ ਗਿਆ ਹੈ। ਜੋ ਜੋ ਕਰਮ ਕੀਓ ਲਾਲਚ ਲਗ, ਮਹਾਰਾਜ ਜੀ ਜੋ ਜੋ ਵੀ ਅਸੀਂ ਕਰਮ ਕਰਦੇ ਹਾਂ ਲਾਲਚ ਵਸ ਹੋ ਕੇ ਤਹਿ ਤਹਿ ਆਪ ਬੰਧਾਇਓ, ਆਪਣੇ ਆਪ ਹੀ ਹਜੂਰ ਉੱਥੇ ਫਸ ਜਾਂਦੇ ਹਾਂ। ਐਸਾ ਵੀ ਹਜੂਰ ਦੱਸੋ ਕਿ ਗੁਰਸਿੱਖ ਕਿਹੜੇ ਕਰਮ ਕਰਦੇ ਹਨ। ਫਿਰ ਗੁਰਸਿੱਖ ਹਜੂਰ ਕਰਸਾਨੀ ਨਹੀਂ ਕਰਦੇ, ਉਹ ਹੱਟੀਆਂ ਨਹੀਂ ਚਲਾਉਂਦੇ। ਮਹਾਰਾਜ ਜੀ ਕਹਿੰਦੇ ਹਨ ਹਾਂ ਗੁਰਸਿੱਖੋ ਸਾਡੇ ਗੁਰਸਿੱਖ ਵੀ ਕਿਰਤ ਕਰਦੇ ਹਨ। ਕਿਸ ਤਰ੍ਹਾਂ ਹਜੂਰ ਪ੍ਰਮਾਣ ਦੇ ਕੇ ਦੱਸੋ ਕਿ ਗੁਰਸਿੱਖ ਕਿਸ ਤਰ੍ਹਾਂ ਕਿਰਤ ਕਰਦੇ ਹਨ ਤੇ ਉਹਨਾਂ ਦੇ ਮਨ ਵਿੱਚ ਪਿਆਰ ਕੈਸਾ ਹੈ ਆਪ ਜੀਆਂ ਦੇ ਪ੍ਰਤੀ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿਰਸਾਣੀ ਕਿਰਸਾਨ ਕਰੈ ਲੋਚੈ ਜੀਉ ਲਾਏ। ਜਿਸ ਤਰ੍ਹਾਂ ਕਿਰਸਾਨ ਇੱਕ ਕਿਸਾਨੀ ਕਰਦਾ ਹੈ ਭਾਵ ਬੜਾ ਆਪਣਾ ਮਨ ਲਾ ਕੇ, ਜਿਸ ਤਰ੍ਹਾਂ ਸਾਧ ਸੰਗਤ ਜੀ ਖੇਤੀ ਕਰਦਾ ਹੈ ਕਿਸਾਨ, ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ। ਹਲ ਨੂੰ ਅੰਮ੍ਰਿਤ ਵੇਲੇ ਵੱਡੇ ਵੇਲੇ ਹੀ ਸਾਧ ਸੰਗਤ ਜੀ ਪੁਰਾਤਨ ਸਮੇਂ ਵਿੱਚ ਹਲ ਜੋਂਦੇ ਸਨ, ਕਿਉਂਕਿ ਦਿਨੇ ਦੁਪਹਿਰ ਦੇ ਵੇਲੇ ਹਲ ਜੋਣਾ ਔਖਾ ਹੁੰਦਾ ਸੀ। ਤਪਦੀ ਗਰਮੀ ਦੇ ਵਿੱਚ ਹਲ ਜੋਏ ਜੋਤੇ ਉਦਮ ਕਰੇ, ਫਿਰ ਉਦਮ ਕਰਦਾ ਸੀ। ਜਿਸ ਤਰ੍ਹਾਂ ਕਿਉਂ ਮੇਰਾ ਪੁੱਤ ਧੀ ਖਾਏ, ਇਸ ਤਰ੍ਹਾਂ ਹਜੂਰ ਕਹਿੰਦੇ ਹਨ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ। ਕਿਉਂਕਿ ਸਾਧ ਸੰਗਤ ਜੀ ਜਿਸ ਜੋ ਖੇਤੀ ਨਾ ਸੀ ਕਰਿਆ ਕਰਦੇ, ਪੁਰਾਣੇ ਸਮੇਂ ਦੇ ਵਿੱਚ ਅੱਜ ਦੀ ਤਰ੍ਹਾਂ ਬਾਹਲੇ ਸਟੋਰ ਨਾ ਸੀ ਹੋਇਆ ਕਰਦੇ, ਆਪ ਖੇਤੀ ਕਰਕੇ ਕਮਾ ਕੇ ਘਰ ਦੇ ਵਿੱਚ ਲੋਕ ਸਟੋਰ ਕਰ ਲੈਂਦੇ ਸੀ ਕਿ ਆਉਣ ਵਾਲਾ ਸਮਾਂ ਸਫਲ ਹੋ ਜਾਏਗਾ। ਹਜੂਰ ਕਹਿੰਦੇ ਹਨ ਜਿਸ ਤਰ੍ਹਾਂ ਕਿਰਸਾਨ ਕਿਰਸਾਨੀ ਕਰਦਾ ਹੈ, ਇਸ ਤਰ੍ਹਾਂ ਦੀ ਪ੍ਰੀਤ ਸਾਡੇ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਹੈ। ਕਿਰਸਾਨੀ ਕਿਰਸਾਨ ਕਰੇ ਲੋਚੈ ਜੀਉ ਲਾਏ। ਮਹਾਰਾਜ ਜੀ ਕਹਿੰਦੇ ਹਨ ਜਦੋਂ ਸਾਡੇ ਗੁਰਸਿੱਖ ਬੜੀ ਲੋਚ ਲਾ ਕੇ ਤਾਂਗ ਲਾ ਕੇ ਪ੍ਰੇਮ ਦੇ ਨਾਲ ਸਿਮਰਨ ਕਰਦੇ ਹਨ, ਹਜੂਰ ਕੈਸਾ ਸਿਮਰਨ ਕਰਦੇ ਹਨ, ਹਲ ਜੋਤੇ ਉਦਮ ਕਰੇ, ਹਲ ਜੋਂਦੇ ਹਨ। ਸਾਧ ਸੰਗਤ ਜੀ ਨਾਮ ਜਪਣਾ ਸੌਖਾ ਨਹੀਂ, ਅੰਮ੍ਰਿਤ ਵੇਲੇ ਉੱਠਣਾ ਸੌਖਾ ਨਹੀਂ, ਇਹ ਉਦਮ ਕਰਨਾ ਹੁੰਦਾ ਹੈ ਭਾਵ ਆਪਣੇ ਮਨ ਨੂੰ ਮਾਰ ਕੇ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਨੇ ਕਿਰਸਾਨੀ ਕਰਨ ਦਾ ਵੱਲ ਦੱਸਿਆ ਹੈ, ਨਾਮ ਬੀਜ ਸੰਤੋਖ ਸੁਹਾਗਾ। ਨਾਮ ਨੂੰ ਬੀਜਦੇ ਹਨ ਤੇ ਉੱਤੇ ਸੁਹਾਗਾ ਫੇਰ ਦਿੰਦੇ ਹਨ। ਕਿਹੜਾ ਸੁਹਾਗਾ ਫੇਰ ਦਿੰਦੇ ਹਨ ਗੁਰਸਿੱਖ? ਸਾਧ ਸੰਗਤ ਜੀ ਆਪਣੇ ਨੇਤਰਾਂ ਨੂੰ ਇੱਧਰ ਉੱਧਰ ਨਹੀਂ ਜਾਣ ਦਿੰਦੇ, ਆਪਣੇ ਕੰਨਾਂ ਦੇ ਉੱਪਰ ਸੁਹਾਗਾ ਫੇਰ ਦਿੰਦੇ ਹਨ, ਨਿੰਦਿਆ ਨਹੀਂ ਸੁਣਦੇ ਕਿਸੇ ਦੀ, ਆਪਣੇ ਹੱਥਾਂ ਨੂੰ ਮਾੜੇ ਕੰਮਾਂ ਵੱਲ ਨਹੀਂ ਜਾਣ ਦਿੰਦੇ, ਪੈਰਾਂ ਨੂੰ ਮਾੜਾ ਕਿਤੇ ਜਾਣ ਨਹੀਂ ਦਿੰਦੇ। ਇਹਨਾਂ ਵੱਲੋਂ ਸੰਤੋਖ ਕਰ ਜਾਂਦੇ ਹਨ। ਰੱਖ ਗਰੀਬੀ ਵੇਸ, ਇੰਨਾ ਗਿਆਨ ਹੁੰਦਾ ਹੈ, ਹਜੂਰ ਦੇ ਪ੍ਰਤੱਖ ਦਰਸ਼ਨ ਹੋ ਰਹੇ ਹੁੰਦੇ ਹਨ, ਫਿਰ ਵੀ ਸਾਧ ਸੰਗਤ ਜੀ ਨਿਮਰਤਾ ਦੇ ਨਾਲ ਸੀਸ ਝੁਕਾਈ ਆਪਣੀ ਮਸਤੀ ਵਿੱਚ ਤੁਰੇ ਫਿਰਦੇ ਹੁੰਦੇ ਹਨ। ਰੱਬ ਦੇ ਪਿਆਰੇ ਸੰਸਾਰੀ ਵੇਖ ਕੇ ਕਦੇ ਹਾਸੇ ਮਖੌਲ ਨਾਲ ਕਹਿ ਦਿੰਦੇ ਹਨ ਲੱਗਦਾ ਹੈ ਵਿਚਾਰਾ ਗਰੀਬ ਐਵੇਂ ਤੁਰਿਆ ਫਿਰਦਾ ਹੈ, ਪਰ ਸਾਧ ਸੰਗਤ ਜੀ ਸਭ ਤੋਂ ਵੱਡਾ ਬ੍ਰਹਮਾਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਜਿਸ ਤਰ੍ਹਾਂ ਕਿਰਸਾਨੀ ਦਾ ਜ਼ਿਕਰ ਕਰਦੇ ਹਨ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ। ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਜਪਦੇ ਹਨ ਜਿਵੇਂ ਕਿਰਸਾਨ ਆਪਣੀ ਫਸਲ ਸਟੋਰ ਕਰਕੇ ਰੱਖਦਾ ਹੈ ਕਿ ਔਖੇ ਸਮੇਂ ਵਿੱਚ ਕੰਮ ਆਵੇਗੀ, ਹਰੀ ਦੇ ਜਨ। ਇਸੇ ਤਰ੍ਹਾਂ ਸਾਧ ਸੰਗਤ ਜੀ ਨਾਮ ਸਟੋਰ ਕਰਕੇ ਰੱਖਦੇ ਹਨ ਕਿ ਅੰਤਲੇ ਸਮੇਂ ਦੇ ਵਿੱਚ ਸਾਡੇ ਮੱਥੇ ਤੇ ਪ੍ਰਗਟ ਹੋ ਕੇ ਨਾਮ ਸਾਡੀ ਸਹਾਇਤਾ ਕਰੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ, ਧਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੈ। ਜਿਸ ਤਰ੍ਹਾਂ ਸੌਦਾ ਵੇਚਣ ਵਾਲੇ ਆਪਣੇ ਘੋੜਿਆਂ ਤੇ ਸੌਦਾ ਲੱਦ ਕੇ ਤੁਰ ਪੈਂਦੇ
ਲੈਂਦੇ ਹਨ ਤੇ ਮਨ ਦੇ ਵਿੱਚ ਆਸਾ ਕਰਦੇ ਹਨ ਕਿ ਜੇ ਸਾਨੂੰ ਬਹੁਤਾ ਲਾਭ ਪ੍ਰਾਪਤ ਹੋਵੇ ਤਾਂ ਆਨੰਦ ਆ ਜਾਵੇ। ਹਜੂਰ ਕਹਿੰਦੇ ਹਨ ਸਾਡੇ ਜੋ ਗੁਰਸਿੱਖ ਹਨ ਉਹ ਵੀ ਇਸ ਸੰਸਾਰ ਵਿੱਚ ਆਏ ਹਨ, ਉਹ ਵੀ ਸੌਦਾਗਰੀਆਂ ਕਰਦੇ ਹਨ। ਉਹ ਕਿਹੜਾ ਨਾਮ ਦਾ ਧਨ ਸਾਧ ਸੰਗਤ ਜੀ ਜਦੋਂ ਲੈ ਕੇ ਗੁਰਸਿੱਖ ਅੰਮ੍ਰਿਤ ਵੇਲੇ ਤੁਰਦੇ ਹਨ ਨਾ, ਤਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਉਹਨਾਂ ਨੂੰ ਪੁੱਛੀਏ ਕਿ ਜੇ ਕਮਾਈ ਜ਼ਿਆਦਾ ਹੋਵੇ ਸ਼ਾਹੂਕਾਰਾ ਖੁਸ਼ ਕਿਉਂ ਹੋਇਆ ਹੈ, ਵਾਰ-ਵਾਰ ਪੈਸੇ ਕਿਉਂ ਗਿਣਦਾ ਹੈ? ਕਹਿੰਦਾ ਹੈ ਜਦੋਂ ਮੈਂ ਪੈਸੇ ਗਿਣਦਾ ਹਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਨੂੰ ਬੜਾ ਲਾਭ ਹੋਇਆ ਹੈ। ਇਸ ਤਰ੍ਹਾਂ ਗੁਰਸਿੱਖ ਸਾਧ ਸੰਗਤ ਜੀ ਨਾਮ ਭਾਵ ਜਦੋਂ ਨਾਮ ਉਹਨਾਂ ਨੂੰ ਦਿਖਦਾ ਹੈ ਬਹੁਤਾ ਇਕੱਠਾ ਹੋ ਗਿਆ ਹੈ ਤਾਂ ਉਹਨਾਂ ਨੂੰ ਉਵੇਂ ਹੋਰ ਖੁਸ਼ੀ ਹੁੰਦੀ ਹੈ, ਹੋਰ ਆਸਾ ਲੱਗ ਜਾਂਦੀ ਹੈ। ਦੇਖ ਮਣਾ ਜਿੱਥੇ ਇੱਕ ਪਾਠ ਕਰਦਾ ਹੈ ਉੱਥੇ ਦੋ ਕਰਿਆ ਕਰ। ਇਸ ਤਰ੍ਹਾਂ ਸਾਧ ਸੰਗਤ ਜੀ ਸੌਦਾਗਰੀ ਦਾ ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ ਹੈ ਤਿਉਂ ਹਰ ਜਨ ਹਰ ਹਰ ਬੋਲਤਾ, ਹਰ ਬੋਲ ਸੁਖ ਪਾਵੈ। ਜਿਵੇਂ ਜਿਵੇਂ ਉਹ ਇੱਕ ਵਾਰੀ ਵਾਹਿਗੁਰੂ ਕਹਿੰਦੇ ਹਨ ਬਹੁਤ ਸੁਖ ਮਿਲਦਾ ਹੈ, ਦੂਜੀ ਰੀ ਕਹਿੰਦੇ ਹਨ ਹੋਰ ਮਿਲਦਾ ਹੈ। ਇਹ ਤਾਂ ਸਾਧ ਸੰਗਤ ਜੀ ਉਹੀ ਗੁਰਸਿੱਖ ਹੀ ਦੱਸ ਸਕਦੇ ਹਨ ਕਿ ਉਹਨਾਂ ਨੂੰ ਕੈਸਾ ਸੁਖ ਮਿਲਦਾ ਹੈ, ਰੱਜਦੇ ਹੀ ਨਹੀਂ ਹਨ। ਇਹ ਮਹਾਰਾਜ ਜੀਆਂ ਨੇ ਜੋ ਸਾਧ ਸੰਗਤ ਜੀ ਕਿਰਪਾ ਕੀਤੀ ਹੈ ਕਿ ਭੁੱਲਿਓ ਮਨ ਮਾਇਆ ਉਰਝਾਇਓ। ਇਸ ਬੰਦੇ ਦਾ ਮਨ ਹਜੂਰ ਕਹਿੰਦੇ ਹਨ ਜਿਸ ਸਮੇਂ ਗੁਰਸਿੱਖਾਂ ਨੇ ਪੁੱਛਿਆ ਹੈ ਮਹਾਰਾਜ ਜੀ ਸਾਡਾ ਮਨ ਕਿਉਂ ਨਹੀਂ ਲੱਗਦਾ ਨਾਮ ਦੇ ਵਿੱਚ, ਤਾਂ ਮਹਾਰਾਜ ਜੀ ਕਿਰਪਾ ਕਰੋ ਆਪ ਜੀਆਂ ਦੇ ਗੁਰਸਿੱਖਾਂ ਵਾਲੀ ਪ੍ਰੇਮ ਨਹੀਂ ਲੱਗਦਾ। ਹਜੂਰ ਜਿਨ੍ਹਾਂ ਨੂੰ ਪ੍ਰੇਮ ਲੱਗ ਜਾਂਦਾ ਹੈ ਉਹਨਾਂ ਦੀਆਂ ਕੀ ਨਿਸ਼ਾਨੀਆਂ ਹਨ? ਜਿਸ ਸਮੇਂ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਨੂੰ ਪੁੱਛਿਆ ਸੀ, ਮਹਾਰਾਜ ਜੀਆਂ ਨੇ ਫਰਮਾਇਆ ਸੀ ਮਨ ਜਾਗੇ ਕੀ ਇਹ ਨਿਸ਼ਾਨੀ, ਮੀਠੀ ਲਾਗੈ ਪ੍ਰਿਆ ਕੀ ਬਾਣੀ। ਮਹਾਰਾਜ ਜੀ ਕਹਿੰਦੇ ਹਨ ਮਨ ਜਾਗੇ ਦੀ ਇਹ ਨਿਸ਼ਾਨੀ ਹੈ ਗੁਰਸਿੱਖੋ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਮਿੱਠੀ ਲੱਗਦੀ ਹੈ। ਉਹ ਸਾਧ ਸੰਗਤ ਜੀ ਆਪਾਂ ਨੂੰ ਤਾਂ ਇੱਕ ਪਾਠ ਕਰਕੇ ਰੱਜ ਆ ਜਾਂਦਾ ਹੈ, ਉਹ ਸਾਧ ਸੰਗਤ ਜੀ ਇੱਕ ਪਾਠ ਕਰਕੇ ਕਹਿੰਦੇ ਹਨ ਆਨੰਦ ਨਹੀਂ ਆਇਆ, ਹੋਰ ਆਨੰਦ ਦੇ ਭਾਲ ਦੇ ਵਿੱਚ ਇੱਕ ਹੋਰ ਕਰਦੇ ਹਨ। ਭਾਵ ਆਨੰਦ ਉਹਨਾਂ ਨੂੰ ਆਉਂਦਾ ਹੈ, ਉਹ ਸਾਧ ਸੰਗਤ ਜੀ ਕਦੇ ਰੱਜਦੇ ਨਹੀਂ। ਤੁਧ ਸਾ ਲਾਹੇ ਨਾ ਰੱਜਾਂ ਕਬਹੂ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਮਹਾਰਾਜ ਜੀ ਆਪ ਜੀਆਂ ਦੀ ਸਿਫਤ ਸਲਾਹ ਕਰਦੇ ਹੋਏ ਕਦੇ ਰੱਜੀਏ ਨਾ, ਸਾਡੇ ਵੀ ਮਨ ਵਿੱਚ ਐਸੀ ਤਾਂਘ ਲੱਗ ਜਾਵੇ। ਇਹ ਹਜੂਰ ਸਾਧ ਸੰਗਤ ਜੀ ਕਿਰਪਾ ਕਰਨ। ਰਹਾਉ ਤਿਕਰ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਉਪਦੇਸ਼ ਆਪ ਜੀਆਂ ਨੇ ਸੁਣਿਆ ਹੈ। ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਸਾਨੂੰ ਦੱਸਿਆ ਹੈ, ਸਾਡੇ ਗਰੀਬਾਂ ਵੱਲ ਹੱਥ ਕਰਕੇ ਕਿਹਾ ਹੈ ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲੱਗ ਤਿਹ ਤਿਹ ਆਪ ਬੰਧਾਇਓ। ਇਹ ਲਾਲਚ ਦੇ ਸਹਿਤ ਜੋ ਤੂੰ ਕਰਮ ਕਰਦਾ ਹੈ ਦੇਖ ਤੈਨੂੰ ਇਹ ਬੰਨ ਹੀ ਪੈ ਰਹੇ ਹਨ, ਬੰਧਨ ਪੈ ਰਹੇ ਹਨ, ਇਹਨਾਂ ਦੇ ਵਿੱਚ ਹੀ ਮਸਤ ਹੋਇਆ ਜਾ ਰਿਹਾ ਹੈ। ਮਹਾਰਾਜ ਜੀ ਕਿਰਪਾ ਕਰਨ। ਹਜੂਰ ਦਾ ਅੱਗੇ ਜਿਸ ਤਰ੍ਹਾਂ ਉਪਦੇਸ਼ ਆਵੇਗਾ ਆਪਾਂ ਸ਼ਰਵਣ ਕਰਾਂਗੇ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਜੋਗ ਹੋ, ਬਖਸ਼ ਦੇਣਾ ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਮਹਿਮਾ ਕੇਤਕ ਆਖੀਐ ਬਰਨੀ ਨਹਿ ਜਾਏ, ਕੋਟ ਜਿਹਵ ਕਰ ਪਾਖੀਐ ਤਉ ਪਾਰ ਨਾ ਪਾਏ। ਨਿਤ ਬੰਦਨਾ ਕੋਟ ਕੋਟ ਹਰ ਦਿਨ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹਜ਼ੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਪਾਵਨ ਗੁਰ ਇਤਿਹਾਸ ਗੁਰਬਾਣੀ ਦੀ ਕਥਾ ਸਰਵਣ ਕਰ ਰਹੇ ਸੀ। ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਗੁਰੂ ਪਿਆਰਿਓ ਅਗਲੇ ਸਮੇਂ ਦੇ ਲਈ ਬੱਚਿਆਂ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਹਰ ਜਸ ਕੀਰਤਨ ਸਰਵਣ ਕਰੀਏ। ਨਾਲ ਹੀ ਅੱਜ ਸੰਧਿਆ ਦੇ ਸਮੇਂ ਜੋ ਕੀਰਤਨ ਦਰਬਾਰ ਹੋਣ ਜਾ ਰਹੇ ਨੇ, ਜਿਨ੍ਹਾਂ ਵਿੱਚ ਸੰਤ ਬਾਬਾ ਹਰਪਾਲ ਸਿੰਘ ਜੀ ਰਤਵਾੜੀ ਵਾਲੇ ਜੋ ਵਿਸ਼ੇਸ਼ ਤੌਰ 'ਤੇ ਨ ਸਮਾਗਮਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਨੇ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰ ਬੇਨਤੀ ਹੈ ਵੱਧ ਤੋਂ ਵੱਧ ਹਜ਼ੂਰ ਪਾਤਸ਼ਾਹ ਜੀਆਂ ਦੇ ਚਰਨ ਪਰਸਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।